नस वंझो किल विखो करता कर आया। दूत दहन पया गोविंद प्रगटाया। दूत है दहन पया गोविंद प्रगटाया। नस वंझो किल विखो करता कर आया। ये इलाही फुरबान बानी के बोहित साहिब श्री गुरु अर्जन देव जी की रचना है। आसा राग विच आप जी इस रचना विच इस लोक विच आए अवतारी पुरुषां दी गुरु साहिबान दी बात करते हैं। आप बानी के बोहित हुए हैं। आप जी दे साहिबजादे साहिब श्री गुरु हरगोबिंद साहिब जी होए हैं। साहिब श्री गुरु हरगोबिंद साहिब जी की संतान विचों नवम पातशाह साहिब श्री गुरु तेग बहादुर जी होए ने। धर्म रक्षक साहिब श्री गुरु तेग बहादुर जी की संतान साहिबे कमाल साहिब श्री गुरु गोबिंद सिंह जी होए ने। बेकसां दा यार गुरु गोबिंद सिंह कादरे हर कार गुरु गोबिंद सिंह नासरू मंसूर गुरु गोबिंद सिंह एज दी मंजूर गुरु गोबिंद सिंह हक हक अंदेश गुरु गोबिंद सिंह बादशाह दरवेश गुरु गोबिंद सिंह। दीवान नंदलाल गोया जो फारसी के प्रसिद्ध विद्वान ने साहिबे कमाल मर्द अगमड़ा परम पुरख दे दासरे महान तपस्वी 17वीं सदी के महान नायक साहिब श्री गुरु गोबिंद सिंह जी की उपमा करते हुए फरमाते ने। साहिब श्री गुरु गोबिंद सिंह जी ने अकाल पुरख के हुक्म अनुसार अकाल पुरख की आग्या विच रहिंदे होए पोह सुदी 7वीं संमत 1723 बिक्रमी नूं पटना साहिब विखे अवतार धारिया। ये पटना साहिब नगर जिसनों पहला पाटली पुत्र नां वजों जानिया जांदा सी, जिसका नां बाद विच शेर शाह सूरी ने पटना रख दिता सी। पावन धरती ते साहिबे कमाल साहिब श्री गुरु गोबिंद सिंह जी का आगमन होंदा है। अपने जन्म के बाबत साहिब श्री गुरु गोबिंद सिंह जी अपनी शाहकार रचना बचित्र नाटक विच बयान करते ने, जिसका अर्थ कुछ इस तरह है। साहिबे कमाल साहिब श्री गुरु गोबिंद सिंह जी के पिता श्री गुरु तेग बहादुर जी आनंदपुर साहिब नगर वसा के जदों धर्म प्रचार यात्रावां लई पूर्वी भारत का रटन करन लई निकलते ने रवाना होंदे ने तां परिवार नूं भी नाल लै जांदे ने। मात गुजरी जी साहिब श्री गुरु तेग बहादुर जी दे माता नानकी जी ते मात गुजरी जी दे भराता कृपाल चंद जी भी नाल हुंदे ने। साहिब श्री गुरु तेग बहादुर जी पूर्वी भारत वाल डटन करदियां अपने परिवार नूं पटना साहिब विखे निवास करवा के अगे रवाना हो जाते ने। पोह सुदी 7वीं संमत 1723 बिक्रमी नूं राजा सालिस राय जौहरी दी हवेली विच
ਮਾਤ ਗੁਜਰੀ ਜੀ ਦੇ ਗ੍ਰਹਿ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੇ ਅਵਤਾਰ ਧਾਰਿਆ। ਸ੍ਰੀ ਗੁਰੂ ਗੋਬਿੰਦ ਜੀ ਦੇ ਅਵਤਾਰ ਧਾਰਨ ਦੀ ਸੂਚਨਾ ਜਦੋਂ ਆਸਾਮ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਾਪਤ ਹੋਈ ਤਾਂ ਆਸਾਮ ਦੇ ਰਾਜੇ ਨੇ ਖੁਸ਼ੀਆਂ ਮਨਾਈਆਂ। ਨਗਰ ਵਿੱਚ ਦੀਪਮਾਲਾ ਕੀਤੀ ਗਈ ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਾਲ ਵਾਸਤੇ ਇੱਕ ਕੀਮਤੀ ਕੰਗਣ ਭੇਟ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲਕ ਦੇ ਜਨਮ ਦੀ ਖਬਰ ਮਿਲਦਿਆਂ ਹੀ ਹੁਕਮਨਾਮਾ ਪਟਨਾ ਸਾਹਿਬ ਵਿਖੇ ਪਰਿਵਾਰ ਲਈ ਭੇਜਿਆ ਕਿ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਜਾਏ ਔਰ ਕੀਮਤੀ ਕੰਗਣ ਵੀ ਬਾਲ ਜੀ ਦੇ ਲਈ ਭੇਜ ਦਿੱਤਾ ਗਿਆ। ਬਾਲ ਗੋਬਿੰਦ ਰਾਏ ਜੀ ਦਾ ਬਚਪਨ ਬਾਲਪਨ ਪਟਨਾ ਨਗਰ ਦੀਆਂ ਨਿਵਾਸੀਆਂ ਦੇ ਨਾਲ ਬਤੀਤ ਹੁੰਦਾ ਹੈ। ਆਪ ਉੱਥੇ ਅਨੇਕਾਂ ਹੀ ਲੀਲਾਵਾਂ ਰਚਾਉਂਦੇ ਨੇ। ਬਾਲ ਗੋਬਿੰਦ ਰਾਏ ਜੀ ਦੇ ਆਗਮਨ ਦੇ ਨਾਲ ਪਟਨਾ ਸਾਹਿਬ ਦੀ ਰੌਣਕ ਦੂਣ ਸਵਾਈ ਹੋ ਗਈ। ਨਗਰ ਨਿਵਾਸੀਆਂ ਨੇ ਖੁਸ਼ੀਆਂ ਮਨਾਈਆਂ, ਦਲਿੱਦਰ ਦੂਰ ਹੋ ਗਿਆ ਔਰ ਅਗਿਆਨਤਾ ਦਾ ਹਨੇਰਾ ਜੋ ਫੈਲਿਆ ਹੋਇਆ ਸੀ ਉਹ ਪਲਾਇਨ ਕਰ ਗਿਆ। ਆਪ ਇੱਕ ਮਹਾਨ ਤੇਜਸਵੀ ਸੂਰਜ ਦੀ ਨਿਆਈ ਉਦੈ ਹੋਏ। ਅਗਿਆਨਤਾ ਪਲਾਇਨ ਕਰ ਗਈ। ਲੋਕਾਂ ਦੇ ਮਨਾਂ ਵਿੱਚੋਂ ਵਿਕਾਰ ਵੀ ਦੂਰ ਹੋ ਗਏ। ਸਾਹਿਬ ਗੋਬਿੰਦ ਜੀ, ਜਿਨ੍ਹਾਂ ਨੂੰ ਬਾਲ ਗੋਬਿੰਦ ਰਾਏ ਜੀ ਕਹਿ ਕੇ ਸਤਿਕਾਰਿਆ ਜਾਂਦਾ ਸੀ, ਆਪ ਜੀ ਦਾ ਬਚਪਨ ਅਲੌਕਿਕ ਲੀਲਾਵਾਂ ਨਾਲ ਭਰਪੂਰ ਹੈ। ਆਪ ਥੋੜੇ ਵੱਡੇ ਹੋਏ ਤਾਂ ਆਪ ਨੇ ਮਾਤ ਭਾਸ਼ਾ ਆਪਣੇ ਮਾਤਾ ਜੀ ਪਾਸੋਂ ਗ੍ਰਹਿਣ ਕੀਤੀ, ਉਸ ਦੀ ਸਿਖਲਾਈ ਪ੍ਰਾਪਤ ਕਰ ਲਈ। ਆਪ ਇਤਨੇ ਨਿਪੁੰਨ ਸਨ ਕਿ ਆਪ ਬਿਹਾਰੀ ਭਾਸ਼ਾ ਤੋਂ ਵੀ ਵਾਕਿਫ ਹੋ ਗਏ। ਆਪ ਬਾਲ ਸਾਥੀਆਂ ਦੀਆਂ ਟੋਲੀਆਂ ਬਣਾਉਂਦੇ, ਅਨੇਕਾਂ ਲੀਲਾਵਾਂ ਕਰਦੇ। ਆਪ ਨਕਲੀ ਲੜਾਈਆਂ ਲੜ ਕੇ ਮਾਨੋ ਇੱਕ ਬਹੁਤ ਮਹਾਨ ਯੁੱਧ ਦਾ ਯੁੱਧ ਅਭਿਆਸ ਕਰਦੇ ਸਨ। ਆਪ ਨੇ ਆਪਣੇ ਸਾਥੀਆਂ ਨੂੰ ਗੁਲੇਲਾਂ ਲੈ ਦਿੱਤੀਆਂ, ਨਿਸ਼ਾਨੇਬਾਜ਼ੀ ਸਿਖਾਈ। ਮੌਜ ਵਿੱਚ ਰਹਿੰਦੇ ਸਨ ਬਾਲ ਗੋਬਿੰਦ ਰਾਏ ਜੀ। ਸੰਗਤਾਂ ਅੱਜ ਵੀ ਜਨਮ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤਖਤ ਸ੍ਰੀ ਹਰਮੰਦਰ ਜੀ, ਪਟਨਾ ਸਾਹਿਬ ਵਿਖੇ ਜਦੋਂ ਨਤਮਸਤਕ ਹੁੰਦੀਆਂ ਨੇ ਤਾਂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦੀਆਂ ਨੇ। ਬਾਲ ਰੂਪ ਵਿੱਚ ਉਹਨਾਂ ਦਾ ਚਿੱਤਰ ਸਾਹਮਣੇ ਆ ਜਾਂਦਾ ਹੈ। ਬਾਲ ਗੋਬਿੰਦ ਰਾਏ ਜੀ ਅਨੇਕਾਂ ਲੀਲਾਵਾਂ ਕਰਦੇ ਹੋਏ ਅਨੇਕਾਂ ਕੌਤਕ ਕਰਦੇ ਸਨ। ਕਦੇ ਬਾਲ ਸਾਥੀਆਂ ਨਾਲ ਖੇਡਦੇ ਖੇਡਦੇ ਉਸ ਹਵੇਲੀ ਦੇ ਵਿੱਚ ਹੀ ਸਥਾਪਿਤ ਖੂਹ ਦੇ ਵੱਲ ਚਲੇ ਜਾਂਦੇ। ਜਲ ਲੈਣ ਦੇ ਲਈ ਆਈਆਂ ਇਸਤਰੀਆਂ ਦੇ ਘੜੇ ਭੰਨ ਦਿੰਦੇ, ਗੁਲੇਲ ਦੇ ਨਾਲ ਨਿਸ਼ਾਨੇ ਮਾਰਦੇ ਬਾਲ ਸਾਥੀਆਂ ਦੇ ਨਾਲ। ਤਾਂ ਇਸਤਰੀਆਂ ਮਾਤ ਗੁਜਰੀ ਜੀ ਪਾਸ ਸ਼ਿਕਾਇਤ ਲੈ ਕੇ ਪੁੱਛਦੀਆਂ। ਮਾਤਾ ਨਾਨਕੀ ਜੀ, ਜੋ ਬਾਲ ਗੋਬਿੰਦ ਰਾਏ ਦੇ ਦਾਦੀ ਜੀ ਸਨ, ਇਵਜ਼ ਵਿੱਚ ਬਹੁਤ ਸਾਰਾ ਇਨਾਮ, ਬਹੁਤ ਸਾਰੀ ਮਦਦ ਇਸਤਰੀਆਂ ਦੀ ਕਰ ਦਿੰਦੇ। ਮਾਨੋ ਬਾਲ ਗੋਬਿੰਦ ਰਾਏ ਜੀ ਮਾੜੀ ਕਿਸਮਤ ਦਾ ਭਾਂਡਾ ਭੰਨ ਕੇ ਉਹਨਾਂ ਦੀ ਕਿਸਮਤ ਦੀ ਘਾੜਤ ਕੱਢਦੇ। ਆਪ ਕਦੇ ਕਦੇ ਰਾਜਾ ਫਤਿਹ ਚੰਦ ਮੈਨੀ ਦੀ ਹਵੇਲੀ ਵਿੱਚ ਚਲੇ ਜਾਂਦੇ। ਫਤਿਹ ਚੰਦ ਦੀ ਰਾਣੀ ਦੀ ਗੋਦ ਵਿੱਚ ਜਾ ਕੇ ਬਹਿ ਜਾਂਦੇ, ਜਿਸ ਨੂੰ ਸੰਤਾਨ ਦੀ ਇੱਛਾ ਸੀ। ਕਿਹਾ ਜਾਂਦਾ ਹੈ ਕਿ ਰਾਜਾ ਫਤਿਹ ਚੰਦ ਮੈਨੀ ਦੀ ਰਾਣੀ ਨੂੰ ਮੁੜ ਕੇ ਕੋਈ ਇੱਛਾ ਉਤਪੰਨ ਹੀ ਨਹੀਂ ਹੋਈ। ਉਹ ਬਾਲ ਗੋਬਿੰਦ ਰਾਏ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਐਸੀ ਤ੍ਰਿਪਤ ਹੋ ਗਈ, ਵਜਦ ਵਿੱਚ ਆ ਜਾਂਦੀ, ਘੁੰਗਣੀਆਂ ਦਾ ਪ੍ਰਸ਼ਾਦ ਤਿਆਰ ਕਰਦੀ ਔਰ ਪੂੜੀਆਂ ਬਣਾ ਕੇ ਬਾਲ ਗੋਬਿੰਦ ਰਾਏ ਜੀ ਤੇ ਉਹਨਾਂ ਦੇ ਸੰਗੀਆਂ ਨੂੰ ਛਕਾਉਂਦੀ।
इस गल का प्रमाण है गुरुद्वारा बाल लीला साहब मैनी संगत, जिथे अज भी ये रवायत है कि उत्थे घुंगणियां दा प्रसाद और पूड़ियां दा प्रसाद संगतां नूं छकाया जाता है। कौतक अजीब सन बाल गोबिंद राय जी दे। आप गंगा दे घाट चले जाते, पंडित शिवदत्त समाधि विच लीन होंदे सन। जाके उसनां नूं एकदम पंडित जी नूं उठाना ते पंडित शिवदत्त नूं अपने इष्ट दे दर्शन हो जाते सन। कैसी लीला सी बाल गोबिंद राय जी दी। बाल गोबिंद राय जी का जदों आगमन होया पो सुदी 7वीं संमत 1723 बिक्रमी नूं, तां इसदा इल्हाम पीर भीखन शाह जो लखनौर निवासी सन उन्हां नूं भी हो गया। कहंदे ने कि मुरीदां ने की तक्या, पीर भीखन शाह पच्छम की बजाय पूरब वाले पासे सजदा कर रहे ने। मुरीदां ने पुछया, पीर जी अज सजदा पूरब वाल क्यों? तां पीर भीखन शाह जी ने कहा कि पूरब दे वल नूरी बालक आया है, लिहाजा पीर भीखन शाह पटना साहिब विखे बाल गोबिंद राय जी दे दर्शन करन लई आउंदे ने। मन विच शंका भी ये किस तरह की दृष्टि रखते ने। पीर भीखन शाह जी 2 कुज्जियां मिट्टी दे बर्तन जिन्हां विच कुछ पदार्थ पा के लियाउंदे ने और दर्शन करदिआं गुरु जी दे सन्मुख रखते ने। बाल गोबिंद राय जी नूं कहंदे ने कि किसे एक कुज्जी ते हथ रख दिओ। समदृष्ट बाल गोबिंद राय जी दोनों कुज्जियां ते हथ रख के समानता, भाईचारकता, एकता का संदेश दे जाते ने। पटना साहिब विखे बाल गोबिंद राय जी ने रौनकां लाइयां, निहाल किया। उधरों साहिब श्री गुरु तेग बहादुर जी वक्ती नब्ज नूं भली भांत पछाणदे सन। आप आसाम तो श्री अनंतपुर साहिब वापस आने का निर्णय कर लेंदे ने। वापस अनंतपुर साहिब पहुंच के अपने परिवार नूं भी हुक्म करते ने कि अनंतपुर साहिब वापस आया जाए। माता नानकी जी, मात गुजरी जी, भाई कृपाल चंद जी बाल गोबिंद राय जी दे नाल पटना साहिब तो रुखसत होंदे ने। ये खबर जदों पटना निवासियों नूं प्राप्त होंदी है तां पटना निवासी बड़े उदास हो जाते ने। तां बाल गोबिंद राय जी कहंदे ने कि जदों चेते करोगे आप जी दे पास ही होवांगा। माता नानकी जी, गोबिंद राय जी, तिन्हां दे मात गुजरी जी ते मामा कृपाल चंद जी वापस यात्रा श्री अनंतपुर साहिब वल आरंभ कर देंदे ने। पटना साहिब तो 12 को मील की विथ ते जाके यह परिवार ते बाल गोबिंद राय जी दानापुर विखे विश्राम करते ने। बिरध माता जी एक हांडी दे विच खिचड़ी का प्रसाद तैयार करके लिया के बाल गोबिंद राय जी ते सारे परिवार नूं छकाउंदे ने, खुशियां प्राप्त करते ने। प्रतीक है गुरुद्वारा हांडी साहिब दानापुर साहिब, ये पटना साहिब विखे ही शोभायमान है। ऐसे महान कौतक सन बाल गोबिंद राय जी दे। बाल गोबिंद राय जी वापस आनंदपुर साहिब परिवार समेत पुज जाते ने। इस सब कुछ का हवाला साहिब कमाल साहिब श्री गुरु गोबिंद सिंह जी अपनी बचित्र नाटक रचना दे विच करते ने। अब कब जन्म कथनम दे सिरलेख अधीन उचारी हुई चौपाई दे विच आप फरमांदे ने, मुरपित पूरब कीयस प्याना। मेरे माता पिता ने जदों
पूर्वी भारत वल पयान कीता, भांत भांत के तीर्थ नाना। वखो वखरे तीर्था स्थानां दा रटन कीता। तां इसे दौरान जब ही जात त्रिबेनी भये, पुण्य दान दिन करत बिताए। जदों त्रिबेनी, जिसनों प्रयाग कहा जाता है, इलाहाबाद के नज़दीक है, उत्थे भी आपने यात्रा की। आप फरमांदे ने, तही प्रकाश हमारा पयो। उत्थे ही आप जी दा प्रकाश हुंदा है। पटना शहर बिखै पव लयो। पटना शहर की धरती ते इस भवसागर रूपी संसार विच असी आ जाने हाँ। ये आपने अपनी स्वै जीवनी विच लिखिया है। दरअसल प्रकाश के आगमन दे विच अंतर है। पटना शहर विखे इस भवसागर विच, इस दृष्टमान संसार विच साहिब श्री गुरु गोबिंद सिंह जी आउंदे ने, पर प्रकाश जो है वो जब ही जात त्रिबेनी पए, पुण्य दान दिन करते बिताए। तही प्रकाश हमारा पयो, पटना शहर बिखै भव लयो। इस तो उपरंत आप जी आनंदपुर साहिब आ जाते ने। इसका हवाला भी आप जी देंदे ने। मद्र देश हमको ले आए, भांत भांत दायन दुलाए। मद्र देश वो स्थान है जिसनों साहिब श्री गुरु तेग बहादुर जी ने संमत 1722 बिक्रमी दे विच स्थापित कीता सी। ये नगर आपने वसाया सी, जिसनों चक माता नानकी जी भी कहा जाता सी, जिसका पहला नाम माखोबाल सी। आप वापस इस स्थान ते आ जाते ने। मद्र देश हमको ले आए, भांत भांत दायन दुलराए। लाड प्यार मिलता है इस धरती ते आके। होर की हुंदा है, आप ही फरमांदे हन, कीनी अनक भांत तन रक्षा, दीनी भांत भांत की शिक्षा। आप इकलौती संतान सन साहिब श्री गुरु तेग बहादुर जी दी। आप जी की रक्षा के प्रबंध किए गए और आप जी की सिक्ख्या दीख्या पावन धरती श्री आनंदपुर साहिब ते हुई। और आप फरमांदे ने, कीनी अनक भांत तन रक्षा, दीनी भांत भांत की शिक्षा। और तथ बयान करते ने, जब हम धर्म कर्म मोह आए, देव लोक तब पिता सिधाए। जदों धर्म ते संकट आन पया तां पिता जी कुर्बानी देन लई दिल्ली वल रवाना हो गए। और जदों दास नूं गुरता गद्दी प्राप्त हुई, उदों पिता जी देवलोक सिधा गए। ये तथ्य साहिब श्री गुरु गोबिंद सिंह जी ने खुद ही बयान किया है। तो बाल गोबिंद राय जी की अवस्था तकरीबन 9 साल की सी। संमत 1732 बिक्रमी का वाक़या है। वक्ती हुक्मरान औरंगजेब का हुक्म चलता सी दिल्ली विखे। वो साहिब गोबिंद राय जी की चढ़ती कला वेख के भयभीत सी। साहिब श्री गुरु तेग बहादुर जी की चढ़ती कला वेख के भयभीत सी। वक्ती हुक्मरान औरंगजेब ने जो तवस्बी सी, जो केवल इस्लाम ते ही पहरा देंदा सी, उसने किसी होर धर्म नूं सिर ना चुकण दा बीड़ा चुक्या होया सी कि कोई होर धर्म सिर ना चुक सके। उसने पहला निशाना कश्मीरी पंडितां नूं बना लिया। कश्मीरी पंडितां दा वफद पंडित किरपा राम जी की अगवाई च श्री आनंदपुर साहिब विखे श्री गुरु तेग बहादुर जी की शरण दे विच आउंदा है और गुरु साहिब अगे बेनती करते हैं कि हर गोबिंद के नंद साडी बाह फड़ो, सानू जबरी धर्म परिवर्तन लई मजबूर किया जा रहा है। तां साहिब श्री गुरु तेग बहादुर जी कुछ विचार करन लग पे।
ਪਾਸ ਹੀ 9 ਸਾਲ ਦੀ ਅਵਸਥਾ ਦੇ ਧਾਰਨੀ ਬਾਲ ਗੋਬਿੰਦ ਰਾਏ ਜੀ ਬੈਠੇ ਸਨ। ਪਿਤਾ ਜੀ ਨੂੰ ਵਿਚਾਰ ਕਰਦਿਆਂ ਬੈਠਿਆਂ ਦੇਖ ਕੇ ਆਪ ਫਰਮਾਉਂਦੇ ਹਨ, ਪਿਤਾ ਜੀ ਕੀ ਗੱਲ ਹੈ? ਤਾਂ ਆਪ ਫਰਮਾਉਂਦੇ ਹਨ ਕਿ ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ ਤੇ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਬਾਲ ਗੋਬਿੰਦ ਰਾਏ ਜੀ ਫਰਮਾਉਂਦੇ ਨੇ ਕਿ ਆਪ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਲ ਗੋਬਿੰਦ ਰਾਏ ਜੀ ਦੀ ਇਸ ਸੂਝਤਾ ਨੂੰ ਵੇਖ ਕੇ ਗਦ-ਗਦ ਕਰ ਉੱਠੇ। ਆਪ ਨੇ ਧਰਮ ਦੀ ਰੱਖਿਆ ਲਈ, ਕੁਰਬਾਨੀ ਦੇਣ ਲਈ ਬਲੀਦਾਨ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਰੰਭ ਕੀਤੀ ਹੈ। ਦਿੱਲੀ ਚਾਂਦਨੀ ਚੌਕ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ 3 ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਇਆਲਾ ਜੀ ਦੀ ਕੁਰਬਾਨੀ ਉਪਰੰਤ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ। ਸਾਹਿਬ ਗੋਬਿੰਦ ਰਾਏ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਪਿਤਾ ਜੀ ਦੇ ਹੁਕਮਾਂ ਅਨੁਸਾਰ ਹੋ ਜਾਂਦੀ ਹੈ। ਜਬ ਹਮ ਧਰਮ ਕਰਮ ਮੋਹ ਆਏ, ਦੇਵ ਲੋਕ ਤਬ ਪਿਤਾ ਸਿਧਾਏ। ਬਾਲ ਗੋਬਿੰਦ ਰਾਏ ਜੀ ਦੂਰ ਅੰਦੇਸ਼ੀ ਸਨ। ਆਪ ਨੇ ਦੇਖਿਆ ਕਿ ਆਪ ਜੀ ਦੇ ਪੜਦਾਦਾ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸ਼ਹੀਦ ਹੋ ਗਏ ਨੇ। ਪਿਤਾ ਜੀ ਨੇ ਆਪਣਾ ਸੀਸ ਕਟਵਾ ਦਿੱਤਾ ਹੈ। ਸਿੱਖ ਹੋਰ ਵੀ ਸ਼ਹੀਦ ਹੋ ਗਏ ਹਨ। ਜ਼ਬਰ ਦਾ ਟਾਕਰਾ ਸਬਰ ਨਾਲ ਕਰਦਿਆਂ ਕਰਦਿਆਂ ਇੰਤਹਾ ਹੋ ਗਈ ਹੈ। ਬਾਲ ਗੋਬਿੰਦ ਰਾਏ ਜੀ ਨੇ ਸਾਥੀਆਂ ਨੂੰ ਲੈ ਕੇ ਜੰਗੀ ਅਭਿਆਸ ਕਰਨੇ ਸ਼ੁਰੂ ਕਰ ਦਿੱਤੇ। ਬਾਲ ਗੋਬਿੰਦ ਰਾਏ ਜੀ ਗ੍ਰਸਤ ਜੀਵਨ ਵਿੱਚ ਵੀ ਪ੍ਰਵੇਸ਼ ਕੀਤੇ। ਆਪ ਜੀ ਵਿਆਹਤਾ ਜੀਵਨ ਦੇ ਵਿੱਚ ਆਪ ਜੀ ਦੀ ਸੰਤਾਨ 4 ਸਾਹਿਬਜ਼ਾਦੇ ਹੋਏ ਨੇ। ਆਪ ਨੇ ਕਿਲਿਆਂ ਦਾ ਨਿਰਮਾਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਾਉਣਾ ਆਰੰਭ ਕਰ ਦਿੱਤਾ, ਕਿਉਂਕਿ ਆਪ ਦੂਰ ਅੰਦੇਸ਼ੀ ਸਨ। ਕਿਲਿਆਂ ਦੇ ਨਿਰਮਾਣ ਤੋਂ ਪਹਿਲਾਂ ਰਾਜਾ ਮੇਦਨੀ ਪ੍ਰਕਾਸ਼, ਜੋ ਨਾਹਨ ਦਾ ਰਾਜਾ ਸੀ, ਉਸਨੇ ਆਪ ਨੂੰ ਨਾਹਨ ਸ਼ਹਿਰ ਵਿਖੇ ਬੁਲਵਾ ਭੇਜਿਆ। ਇੱਥੇ ਆਪ ਜੀ ਪਰਿਵਾਰ ਸਮੇਤ ਹੀ ਜਾਣ ਦਾ ਬਾਲ ਗੋਬਿੰਦ ਰਾਏ ਜੀ ਨੇ ਨਿਰਣਾ ਕਰ ਲਿਆ। ਇੱਥੇ ਆਪ ਨੇ ਨਗਰ ਪੌਂਟਾ ਵਸਾਇਆ, ਕਿਉਂਕਿ ਆਪ ਜੀ ਦਾ ਘੋੜਾ, ਗੁਰੂ ਗੋਬਿੰਦ ਰਾਏ ਜੀ ਦਾ ਘੋੜਾ, ਜਦੋਂ ਹਿਮਾਚਲ ਦੀਆਂ ਪਹਾੜੀਆਂ ਦੇ ਨਾਲੋਂ ਛੂੰਹਦੀ ਹੋਈ ਯਮੁਨਾ ਨਦੀ ਦੇ ਨਜ਼ਦੀਕ ਜਾ ਕੇ ਪੈਰ ਟਿਕਾਉਂਦਾ ਹੈ ਤਾਂ ਇਹ ਨਗਰ ਪੌਂਟਾ ਬਣ ਜਾਂਦਾ ਹੈ। ਬਾਲ ਗੋਬਿੰਦ ਰਾਏ ਜੀ ਨੇ ਇੱਥੇ ਨਗਰ ਪੌਂਟਾ ਵਿਖੇ ਤਕਰੀਬਨ 3 ਸਾਲ 8 ਕੁ ਮਹੀਨੇ ਨਿਵਾਸ ਕੀਤਾ ਹੈ। ਆਪ ਨੇ ਇੱਥੇ ਕਵੀ ਤਿਆਰ ਕੀਤੇ, ਸਾਹਿਤ ਰਚਿਆ, ਮਹਾਨ ਰਚਨਾਵਾਂ ਕਰਵਾਈਆਂ। ਆਪ ਜੀ ਦੀਵਾਨ ਸਜਾਉਂਦੇ, ਦੀਵਾਨ ਦੇ ਵਿੱਚ ਵਿਦਵਾਨਾਂ ਨੂੰ ਬੜਾ ਇਨਾਮ ਦੇ ਕੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਸਨ। ਆਪ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੁਰਕੀ ਬਾਣੀ ਦਾ ਕੀਰਤਨ ਕਰਦੇ ਸਨ। ਆਪ ਜੀ ਨੇ ਤੰਤੀ ਸਾਜ਼ ਸਰੰਦਾ ਜੋ ਹੈ, ਉਸ ਤੋਂ ਬਾਅਦ ਤਾਊਸ ਇਜਾਦ ਕੀਤਾ। ਕਿਹਾ ਜਾਂਦਾ ਹੈ ਕਿ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਜੀ ਪਹਿਲਾਂ ਤਾਂ ਰਾਗੀ ਸਾਹਿਬਾਨ ਪਾਸੋਂ ਕੀਰਤਨ ਸਰਵਣ ਕਰਿਆ ਕਰਦੇ ਸਨ, ਪਰ ਰਾਗੀ ਸਾਹਿਬਾਨ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਪ ਖੁਦ ਕੀਰਤਨ ਕਰਦੇ ਸਨ। ਆਪ ਜੀ ਦੇ ਨਾਲ 5 ਤੰਤੀ ਸਾਜ਼ ਵਜਾਉਣ ਵਾਲੇ ਸਾਜਿੰਦੇ, 5 ਤਾਲ ਵਾਲੇ ਸਾਜ਼ ਵਜਾਉਣ ਵਾਲੇ ਸਾਜਿੰਦੇ, 5 ਗਾਇਨ ਸ਼ੈਲੀ ਦੇ ਵਿੱਚ ਸਾਥ ਦੇਣ ਵਾਲੇ ਗਾਇਨ ਕਰਨ ਵਾਲੇ ਸਿੰਘ ਮੌਜੂਦ ਹੁੰਦੇ ਸਨ। ਇੰਜ 15 ਜੋ ਕੀਰਤਨ ਕਰਨ ਵਾਲੇ ਸਿੰਘ ਸਨ, ਤਿੰਨਾਂ ਦੀ ਨੁਮਾਇੰਦਗੀ ਕਰਦੇ ਹੋਏ ਸਾਹਿਬ ਗੋਬਿੰਦ ਜੀ ਤੁਰਕੀ ਬਾਣੀ ਦਾ ਕੀਰਤਨ ਇਸ ਕਦਰ ਕਰਦੇ ਸਨ ਕਿ ਧੁਨਾਂ ਗੂੰਜਦੀਆਂ ਸਨ, ਬਿਨ ਕਰਤਾਰ ਨਾ ਕੀਰਤਮ ਮਾਨੋ, ਆਦ ਅਜੋਨ ਅਜੈ ਅਬਿਨਾਸੀ ਤੇ ਪਰਮੇਸ਼ਰ ਜਾਨੋ। ਬਾਲ ਗੋਬਿੰਦ ਰਾਏ ਜੀ ਨੂੰ ਲੋੜ ਪੈ ਗਈ। ਆਪ ਨੇ ਪਹਾੜੀ ਰਾਜਿਆਂ ਦੀ ਮਦਦ ਦੇ ਲਈ ਪੰਗਾਨੀ ਦਾ ਯੁੱਧ ਕੀਤਾ।
ਭੰਗਾਣੀ ਦੇ ਯੁੱਧ ਦੇ ਵਿੱਚ ਆਪ ਜੀ ਦਾ ਸਾਥ ਸੂਫੀ ਪੀਰਾਂ ਫਕੀਰਾਂ ਨੇ ਵੀ ਦਿੱਤਾ, ਬੀਬੀ ਵੀਰੋ ਜੀ ਨੇ ਵੀ, ਔਰ ਉਦਾਸੀਨ ਕਿਰਪਾਲ ਦਾਸ ਜੀ ਨੇ ਵੀ ਸਾਥ ਦਿੱਤਾ। ਭੰਗਾਣੀ ਦਾ ਯੁੱਧ ਜਿੱਤਣ ਉਪਰੰਤ ਆਪ ਜੀ ਵਕਤੀ ਨਬਜ਼ ਨੂੰ ਪਛਾਣਦੇ ਹੋਏ ਵਾਪਸ ਅਨੰਦਪੁਰ ਸਾਹਿਬ ਆ ਜਾਂਦੇ ਨੇ। ਇੱਥੇ ਢਾਡੀ ਦਰਬਾਰ, ਕਵੀ ਦਰਬਾਰ, ਕੀਰਤਨ ਦਰਬਾਰ ਹੁੰਦੇ ਨੇ, ਕਿਲਿਆਂ ਦਾ ਨਿਰਮਾਣ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਤਕਰੀਬਨ 230 ਵਰ੍ਹੇ ਬਾਅਦ ਸੰਮਤ 1756 ਬਿਕਰਮੀ ਨੂੰ ਆਪ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ। ਇਹ ਵਕਤੀ ਲੋੜ ਸੀ ਕਿ ਆਪ ਨੂੰ ਸਿੰਘ ਸਜਾਉਣੇ ਪਏ। ਆਪ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਪੰਜ ਪਿਆਰਿਆਂ ਦੀ ਸਾਜਨਾ ਕੀਤੀ ਤੇ ਸਿੱਖਾਂ ਨੂੰ ਸਿੰਘ ਨਾਂ ਤੇ ਬੀਬੀਆਂ ਨੂੰ ਕੌਰ ਨਾਂ ਦਾ ਰੁਤਬਾ ਪ੍ਰਦਾਨ ਕੀਤਾ। ਆਪ ਵੀ ਪੰਜਾਂ ਪਿਆਰਿਆਂ ਪਾਸੋਂ ਅਧੀਨਗੀ ਸਹਿਤ ਅੰਮ੍ਰਿਤ ਗ੍ਰਹਿਣ ਕਰਕੇ ਗੋਬਿੰਦ ਸਿੰਘ ਸਜ ਗਏ। ਫਿਜ਼ਾ ਵਿੱਚ ਧੁਨਾਂ ਪਸਰ ਗਈਆਂ ਸਨ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ ਹੋ ਗਈ। ਵਧੇਰੇ ਮਾਤਰਾ ਦੇ ਵਿੱਚ ਸਿੰਘ ਸੱਜਣ ਲੱਗ ਪਏ, ਘੋੜੇ, ਹਾਥੀ, ਸ਼ਸਤਰ ਆਦਿ ਜਮ੍ਹਾਂ ਹੋਣ ਲੱਗ ਪਏ। ਅਨੰਦਪੁਰ ਸਾਹਿਬ ਵਿੱਚ ਰੌਣਕਾਂ ਲੱਗ ਗਈਆਂ। ਇਹ ਸਭ ਕੁਝ ਵਕਤੀ ਹੁਕਮਰਾਨ ਪਾਸੋਂ ਬਰਦਾਸ਼ਤ ਨਾ ਹੋਇਆ। ਉਸਨੇ ਸੂਬਾ ਸਰਹੰਦ ਨੂੰ ਇਹ ਹੁਕਮ ਕਰ ਦਿੱਤਾ ਕਿ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇ, ਗੁਰੂ ਸਾਹਿਬ ਤੋਂ ਮੁਕਤ ਕਰਵਾਇਆ ਜਾਏ। ਉਧਰੋਂ ਗੁਰੂ ਸਾਹਿਬ ਨੇ ਵੀ ਆਪਣੀ ਰਿਹਾਇਸ਼ ਕਿਲੇ ਦੇ ਵਿੱਚ ਕਰ ਲਈ ਔਰ ਵਕਤੀ ਨਬਜ਼ ਨੂੰ ਪਛਾਣਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਆਦੇਸ਼ ਕਰਤਾ ਵੀ ਜੇ ਕੋਈ ਮੇਰਾ ਸਾਥ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਜਾ ਸਕਦਾ ਹੈ। ਕੁਝ ਅਗਿਆਨਤਾ ਵਸ਼ ਸਿੰਘਾਂ ਨੇ ਬੇਦਾਵਾ ਵੀ ਲਿਖ ਕੇ ਦੇ ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਪਾ ਸਮਰਪਣ ਕਰਨ ਵਾਲੇ ਸਿੰਘ ਸਨ। ਗੁਰੂ ਪਰਿਵਾਰ ਤੇ ਸਿੰਘ ਕਿਲੇ ਦੇ ਵਿੱਚ ਰਹਿ ਰਹੇ ਸਨ। ਵਕਤੀ ਹੁਕਮਰਾਨ ਨੇ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਸਹੁੰਆਂ ਖਾਧੀਆਂ ਤੇ ਗੁਰੂ ਸਾਹਿਬ ਨੂੰ 6 ਮਹੀਨੇ ਦੀ ਘੇਰਾਬੰਦੀ ਉਪਰੰਤ ਜਦੋਂ ਕੋਈ ਵਸ ਨਾ ਚੱਲਿਆ ਤਾਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਕਿਸੇ ਨਾ ਕਿਸੇ ਬਹਾਨੇ ਮਨਾ ਲਿਆ। ਦੂਰ ਅੰਦੇਸ਼ੀ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਨਿਰਣਾ ਕੀਤਾ। 40 ਸਿੰਘ ਨਾਲ 4 ਸਾਹਿਬਜ਼ਾਦੇ, ਮਾਤ ਗੁਜਰੀ ਜੀ ਜਦੋਂ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਪੁੱਜਦੇ ਨੇ ਤਾਂ ਵਿਰੋਧੀਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ। ਇੱਥੇ ਸਰਸਾ ਨਦੀ ਤੇ ਭਿਆਨਕ ਯੁੱਧ ਦੇ ਵਿੱਚ ਕਈ ਸਿੰਘ ਸ਼ਹੀਦ ਹੋ ਜਾਂਦੇ ਨੇ। ਗੁਰਦੁਆਰਾ ਪਰਿਵਾਰ ਵਿਛੋੜਾ ਵਾਲੇ ਸਥਾਨ ਤੇ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਹੈ। ਮਾਤ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਪਿੰਡ ਖੇੜੀ ਸਹੇੜੀ ਲੈ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਰਵਾਨਾ ਹੋ ਜਾਂਦੇ ਨੇ। ਉਧਰੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਹੋਰਨਾਂ 40 ਸਿੰਘਾਂ ਸਮੇਤ ਚਮਕੌਰ ਦੀ ਗੜੀ ਵੱਲ ਰਵਾਨਾ ਹੁੰਦੇ ਨੇ। ਚਮਕੌਰ ਦੀ ਗੜੀ ਵਿੱਚ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੋਰਚਾਬੰਦੀ ਕਰਕੇ ਸਿੰਘਾਂ ਨੂੰ ਥਾਪੜਾ ਦੇ ਕੇ ਯੁੱਧ ਦੇ ਵਿੱਚ ਭੇਜਦੇ ਨੇ। ਉਧਰੋਂ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਔਰ ਇਧਰੋਂ ਤਕਰੀਬਨ 40 ਸਿੰਘ ਹਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਸਿੰਘਾਂ ਸਮੇਤ ਸ਼ਹੀਦ ਹੋ ਜਾਂਦੇ ਨੇ। ਗਿਣਤੀ ਦੇ 11 ਸਿੰਘ ਬਚਦੇ ਨੇ ਤਾਂ ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਛੱਡਣ ਲਈ ਹੁਕਮ ਦੇ ਦਿੰਦੇ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਛੱਡ ਕੇ ਅੱਗੇ ਰਵਾਨਾ ਹੁੰਦੇ ਨੇ। ਆਪ ਮਾਲਵੇ ਵਿੱਚੋਂ ਰਟਨ ਕਰਦੇ ਹੋਏ ਕੋਟਕਪੂਰੇ ਪਹੁੰਚ ਕੇ ਜਿੱਥੇ ਆਪ ਜੀ ਨੂੰ ਮਾਤ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ
ਸ਼ਹਾਦਤ ਦਾ ਸਮਾਚਾਰ ਮਿਲਦਾ ਹੈ, ਉੱਥੇ ਹੀ ਆਪ ਔਰੰਗਜ਼ੇਬ ਨੂੰ ਜ਼ਫਰਨਾਮਾ ਫਤਿਹ ਦੀ ਚਿੱਠੀ ਲਿਖਦੇ ਹੋਏ ਮੁਕਤਸਰ ਦੀ ਆਖਰੀ ਜੰਗ ਜਿੱਤ ਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ ਆ ਕੇ ਦਮ ਲੈਂਦੇ ਨੇ। ਇੱਥੇ ਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕਰਵਾ ਕੇ ਸ੍ਰੀ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਭਾਈ ਮਨੀ ਸਿੰਘ ਜੀ ਪਾਸੋਂ ਤਿਆਰ ਕਰਵਾ ਕੇ ਆਪ ਅੱਗੇ ਮਹਾਰਾਸ਼ਟਰ ਨਾਂਦੇੜ ਵੱਲ ਰਵਾਨਾ ਹੁੰਦੇ ਨੇ। ਮਹਾਰਾਸ਼ਟਰ ਨਾਂਦੇੜ ਵਿਖੇ ਆਪ ਬੰਦਾ ਬੈਰਾਗੀ ਨੂੰ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਥਾਪ ਕੇ ਪੰਜਾਬ ਵੱਲ ਰਵਾਨਾ ਕਰਦੇ ਨੇ। ਆਪ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਗੁਰੂ ਪਦਵੀ ਤੇ ਸ਼ੋਭਨੀ ਕਰਕੇ ਕੁੱਲ ਮਨੁੱਖਤਾ ਨੂੰ ਸ਼ਬਦ ਗੁਰੂ ਦੇ ਲੜ ਲਾ ਦਿੰਦੇ ਨੇ। ਫਰਮਾਉਂਦੇ ਨੇ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਆਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਪ੍ਰਭਪੁਰੀ ਸੱਚਖੰਡ ਭਿਆਨਾ ਕਰ ਜਾਂਦੇ ਹਨ। ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ ਆਪ ਜੀ ਦਾ ਜੀਵਨ ਦਾ ਅੰਤਲਾ ਪੜਾਅ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।